9,000 करोड़ रुपए सीधे उनके बैंक अकाउंट में जमा हो चुके हैं। अपना पूरा पैसा अपने बैंक खाते में पाने का संतोष क्या होता है, ये पंजाब और हरियाणा के किसान भी अनुभव भी कर रहे हैं और मुखर होकर बोल भी रहे हैं। मैं सोशल मीडिया में इतने वीडियो देखे हैं किसानों के, खास करके पंजाब के किसानों के। ਤੇ ਜਿਹੜੀਆਂ ਇਹ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਸੀ ਕਿ ਮੰਡੀਆਂ ਦੇ ਵਿੱਚ ਬੈਠੇ ਅਸੀਂ ਰੁਲ ਰਹੇ ਹਾਂ, ਸਰਕਾਰਾਂ ਸਾਡੇ ਲਈ ਕੋਈ ਪ੍ਰਬੰਧ ਨਹੀਂ ਕਰ ਰਹੀਆਂ, 45 ਘੰਟੇ 'ਚ ਪੈਸੇ ਹੀ ਨਹੀਂ ਆਏ ਔਰ ਮੀਂਹ ਜਿਹੜਾ ਪੈ ਰਿਹਾ ਉਹਦੇ ਵਿੱਚ ਅਨਾਜ ਜਿਹੜਾ ਰੁਲ ਰਿਹਾ ਔਰ ਕਿਸਾਨ ਗਿੱਲੀ ਜਿਹੜੀ ਆ ਫਸਲ ਗਿੱਲਾ ਅਨਾਜ ਜਿਹੜਾ ਆਪਣੇ ਹੱਥਾਂ ਦੇ ਉੱਤੇ ਲੈ ਕੇ ਖੜੇ ਹੋਏ ਸੀ। ਤੇ ਸਵਾਲ ਖੜਾ ਹੁੰਦਾ ਫਿਰ ਉਹ ਕਿਸਾਨ ਕੌਣ ਸਨ? आज गंगा जी के दोनों ओर करीब 5 किलोमीटर के दायरे में जैविक खेती को व्यापक स्तर पर प्रोत्साहित किया जा रहा है, ताकि वो जो खेती में उपयोग किया गया केमिकल है, बारिश के समय वो पानी बह करके गंगा जी में न चला जाए और गंगा जी प्रदूषित ना हो। ਕੱਲ ਪਰਸੋਂ ਇੱਕ ਅਖਬਾਰ ਨੇ ਖਬਰ ਦਿੱਤੀ ਹੈ ਕਿ ਗੰਗਾ ਦੇ ਵਿੱਚ ਇਸ ਵੇਲੇ ਇੰਨੀਆਂ ਕੁ ਲਾਸ਼ਾਂ ਰੁੜ ਕੇ ਆ ਚੁੱਕੀਆਂ ਹੋਈਆਂ ਨੇ ਤੇ ਕਿਨਾਰੇ ਦੇ ਵਿੱਚ ਰੇਤਾ ਦੇ ਉੱਤੇ ਪਈਆਂ ਹੋਈਆਂ ਮਿਲ ਰਹੀਆਂ ਨੇ, ਜਿਨ੍ਹਾਂ ਨੂੰ ਪੰਛੀ ਖਾ ਰਹੇ ਨੇ, ਜਿਨ੍ਹਾਂ ਨੂੰ ਕੁੱਤੇ ਖਾ ਰਹੇ ਨੇ ਔਰ ਉਹ ਲਾਸ਼ਾਂ ਬੇहद ਮੁਸ਼ਕੀਆਂ ਹੋਈਆਂ ਨੇ। ਤੇ ਇਸ ਤਰੀਕੇ ਨਾਲ ਗੰਗਾ ਦੀ ਮਲੀਨਤਾ ਦੇ ਬਾਰੇ ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਨਹੀਂ ਪਤਾ? इस बार मई और जून महीने में देश के 80 करोड़ से ज्यादा साथियों को राशन मिले, इसका प्रबंध भी किया गया है। इस पर भी केंद्र सरकार 26,000 करोड़ रुपए हमारे गरीब के घर में क्यों ना जले इसलिए खर्च कर रही है। ਪੈਦਲ ਤੁਰਦੇ ਲੋਕ ਤੁਹਾਨੂੰ ਯਾਦ ਹੋਣਗੇ ਜਿਹੜੇ ਪਿਛਲੀ ਵਾਰ ਕੋਰੋਨਾ ਮਹਾਮਾਰੀ ਦੇ ਦੌਰਾਨ ਪੈਦਲ ਚੱਲ ਕੇ ਜਾ ਰਹੇ ਸੀ, ਬਿਨਾਂ ਕਿਸੇ ਗੱਡੀ ਦੇ, ਬਿਨਾਂ ਕਿਸੇ ਵਾਹਨ ਦੇ, ਬਿਨਾਂ ਪੈਰਾਂ 'ਚ ਚੱਪਲਾਂ ਦੇ, ਬਿਨਾਂ ਕਿਸੇ ਖਾਣੇ ਦੇ ਔਰ ਬਿਨਾਂ ਕਿਸੇ ਦਵਾਈ ਦੇ। ਗਰਭਵਤੀ ਔਰਤਾਂ ਉਹਨਾਂ 'ਚ ਮੌਜੂਦ ਸੀ, ਨਿੱਕੇ ਬੱਚੇ ਮੌਜੂਦ ਸੀ, ਬਜ਼ੁਰਗ ਲੋਕ ਮੌਜੂਦ ਸੀ। ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਯਾਦ ਨੇ ਕਿ ਇਹ ਜੇ ਲੋਕ ਜਿਉਂਦੇ ਰਹਿਣਗੇ ਤਾਂ ਹੀ ਉਹ ਖਾਣਾ ਖਾਣਗੇ ਔਰ ਜਿਉਂਦੇ ਰਹਿਣ ਦੇ ਲਈ ਇਕੱਲੇ ਖਾਣੇ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ, ऑक्सीजन दी, वेंटिलेटरां दी, वैक्सीनेशन दी। अपने बहुत से गरीबों को खो चुके। देश का प्रधान सेवक होने के नाते आपकी हर भावना का मैं सहभागी हूं। ਤੁਸੀਂ ਬੰਗਾਲ ਦੇ ਵਿੱਚ ਵੱਡੇ ਇਕੱਠਾਂ ਨੂੰ ਸੰਬੋਧਨ ਕਰ ਰਹੇ ਸੀ ਤੇ ਜਦੋਂ ਦੀਦੀ ਵਾਲਾ ਡਾਇਲੌਗ ਬੋਲ ਰਹੇ ਸੀ ਤੁਸੀਂ, ਤੇ ਉਸ ਤੋਂ ਪਹਿਲਾਂ ਤੁਸੀਂ ਇਹ ਕਿਹਾ ਸੀ ਕਿ ਦਮ ਦਿਖਾ ਦਿੱਤਾ ਤੁਸੀਂ। ਇੰਨਾ ਵੱਡਾ ਇਕੱਠ ਕਿ ਮੈਨੂੰ ਦੂਰ ਤੱਕ ਲੋਕ ਹੀ ਲੋਕ ਨਜ਼ਰ ਆ ਰਹੇ ਆ, ਹੋਰ ਕੋਈ ਨਜ਼ਰ ਹੀ ਨਹੀਂ ਆ ਰਿਹਾ। ਕਿ ਉਸ ਵੇਲੇ ਤੁਹਾਨੂੰ ਕਰੋਨਾ ਬਿਮਾਰੀ ਨਜ਼ਰ ਨਹੀਂ ਸੀ ਆ ਰਹੀ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਰਮਨ ਤੂਰ। ਇਸ ਵੇਲੇ ਭਾਰਤ ਬੇਹੱਦ ਵੱਡੇ ਮਨੁੱਖੀ ਸੰਕਟ ਦੇ ਵਿੱਚ ਘਿਰਿਆ ਹੋਇਆ ਹੈ ਤੇ ਇਸ ਵੇਲੇ ਜਿੱਥੇ ਸਰਕਾਰਾਂ ਦੇ ਵੱਲ ਲੋਕ ਦੇਖ ਰਹੇ ਨੇ ਕਿ ਸਾਡੇ ਲਈ ਕੁਝ ਕੀਤਾ ਜਾਊਗਾ, ਹਰ ਇੱਕ ਜਿਹੜਾ ਭਾਰਤ ਦਾ ਵਾਸੀ ਹੈਗਾ ਉਹ ਟੈਕਸ ਪੇ ਕਰਦਾ ਔਰ ਭਾਰਤ ਦੀ ਤਰੱਕੀ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਇਹ ਕੋਸ਼ਿਸ਼ ਇਸ ਲਈ ਕੀਤੀ ਜਾਂਦੀ ਹੈ ਕਿ ਜਦੋਂ ਕੋਈ ਮਨੁੱਖੀ ਸੰਕਟ ਖੜਾ ਹੋਵੇ ਤੇ ਸਰਕਾਰਾਂ ਸਾਡਾ ਆਸਰਾ ਬਣਨਗੀਆਂ, ਸਾਨੂੰ ਕੁਝ ਐਸੀਆਂ ਸਹੂਲਤਾਂ ਦੇਣਗੀਆਂ ਜਿਨ੍ਹਾਂ ਦੇ ਨਾਲ ਘੱਟੋ ਘੱਟ ਆਪਣਿਆਂ ਨੂੰ ਗਵਾਉਣ ਦੀ ਬਿਪਤਾ ਜਿਹੜੀ ਲੋਕਾਂ ਦੇ ਸਿਰ ਦੇ ਉੱਤੇ ਨਾ ਪਵੇ। ਬਾਕੀ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਲਗਾਤਾਰ ਚੱਲਦੀਆਂ ਰਹੀਆਂ ਨੇ, ਚੱਲਦੀਆਂ ਰਹਿ ਵੀ ਰਹੀਆਂ ਨੇ, ਲੋਕ ਫਿਰ ਵੀ ਉਹਦੇ ਨਾਲ ਟੋਲਰੇਟ ਕਰ ਰਹੇ ਨੇ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਦੌਰਾਨ ਪ੍ਰਧਾਨ ਮੰਤਰੀ ਸਾਹਿਬ ਲਗਾਤਾਰ ਲੋਕਾਂ ਦੇ ਨਾਲ ਬਣੇ ਹੋਏ ਨੇ। ਲੋਕਾਂ ਦੇ ਨਾਲ ਕਿਵੇਂ ਬਣੇ ਹੋਏ ਨੇ? ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਔਰ ਲਗਾਤਾਰ ਵੀਡੀਓ ਦੇ ਜ਼ਰੀਏ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਦੇਸ਼ ਦੇ ਜਿਹੜੇ ਹੋਰ ਅਧਿਕਾਰੀ ਹੈਗੇ ਆ, ਦੇਸ਼ ਦੇ ਹੋਰ ਜਿਹੜੇ ਪ੍ਰਬੰਧਕ ਹੈਗੇ ਆ, ਉਹਨਾਂ ਦੇ ਨਾਲ ਔਰ ਲੋਕਾਂ ਨੂੰ ਆਸਰਾ ਦੇਣ ਦੀ, ਲੋਕਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਆ। ਪਰ ਇਹਦੇ ਵਿੱਚੋਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਰੜਕਦੀਆਂ ਨੇ। ਇੰਨੀ ਸੰਵੇਦਨਾ ਦੇ ਦੌਰਾਨ, ਇੰਨੇ ਗੰਭੀਰ ਹਾਲਾਤਾਂ ਦੇ ਵੇਲੇ ਕੁਝ ਚੀਜ਼ਾਂ ਰੜਕਦੀਆਂ ਨੇ ਜਿਹੜੀਆਂ ਲੱਗਦਾ ਹੈ ਕਿ ਕੀ ਇਹਨਾਂ ਦੀ ਜ਼ਰੂਰਤ ਸੀ ਜਾਂ ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਵੇਲੇ ਇਹ ਐਕਸ਼ਨ ਲੈਣ ਦੀ ਜ਼ਰੂਰਤ ਸੀ ਜਦੋਂ ਕਿ ਹੋਰ ਐਕਸ਼ਨ ਜਿਨ੍ਹਾਂ ਦੀ ਜ਼ਰੂਰਤ ਆ ਉਹ ਹੋਣ। ਪਿਛਲੇ ਦਿਨੀ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਪ੍ਰਧਾਨ ਮੰਤਰੀ ਕਿਸਾਨ सम्मान निधि योजना ਦੇ ਤਹਿਤ ਵਰਚੁਅਲ ਸਮਾਗਮ ਕੀਤਾ ਔਰ ਉਸ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ। ਹਾਲਾਂਕਿ ਕਰੋਨਾ ਦਾ ਜ਼ਿਕਰ ਵੀ ਹੋਇਆ ਔਰ ਕਰੋਨਾ ਦਾ ਜ਼ਿਕਰ ਕਿਸ ਤਰੀਕੇ ਦੇ ਨਾਲ ਹੋਇਆ ਇਹਦੀ ਵੀ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਥੋੜਾ ਜਿਹਾ ਉਹਨਾਂ ਦੀ ਸਪੀਚ ਨੂੰ
ਘੋਖ ਲੈਂਦੇ ਆ ਕਿ ਗੱਲਾਂ ਹੋਈਆਂ ਕੀ ਤੇ ਉਹਨਾਂ ਗੱਲਾਂ ਦੇ ਵਿੱਚੋਂ ਸਵਾਲ ਕਿੰਨੇ ਸਾਰੇ ਉੱਠਦੇ ਆ। ਹੋ ਸਕਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਹੋਵੇ ਇਹਨਾਂ ਸਵਾਲਾਂ ਦਾ, ਕਿਉਂਕਿ ਦੇਸ਼ ਦਾ ਮੀਡੀਆ, ਦੇਸ਼ ਦੇ ਲੋਕ, ਦੇਸ਼ ਦੇ ਜਿੰਨੇ ਵੀ ਫਿਕਰ ਕਰਨ ਵਾਲੇ ਨਾਗਰਿਕ ਨੇ ਲਗਾਤਾਰ ਉਹ ਸਵਾਲ ਖੜੇ ਕਰ ਰਹੇ ਨੇ। ਪ੍ਰਧਾਨ ਮੰਤਰੀ ਸਾਹਿਬ ਨੂੰ ਸਮਝ ਨਹੀਂ ਆ, ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਸੁਣ ਨਹੀਂ ਰਹੇ, ਜਾਂ ਫਿਰ ਪ੍ਰਧਾਨ ਮੰਤਰੀ ਸਾਹਿਬ ਜਾਣਬੁੱਝ ਕੇ ਇਹਨਾਂ ਚੀਜ਼ਾਂ ਨੂੰ ਅਵੋਇਡ ਕਰ ਰਹੇ ਨੇ। ਇਹ ਚੀਜ਼ ਦਾ ਹੁਣ ਨਹੀਂ ਪਤਾ, ਪਰ ਉਹਨਾਂ ਦੀ ਸਪੀਚ ਨੂੰ ਘੋਖਣ ਦੀ ਕੋਸ਼ਿਸ਼ ਕਰਦੇ ਆ ਤੇ ਦੇਖਦੇ ਆ ਕਿ ਕੀ ਨਾਗਰਿਕਾਂ ਦੇ ਲਈ ਕਿਤੇ ਫਿਕਰ ਹੈ। ਜੇ ਫਿਕਰ ਹੈ ਤਾਂ ਫਿਰ ਜਿਹੜੇ ਹੋਰ ਬਹੁਤ ਸਾਰੇ ਸਵਾਲ ਉੱਠਦੇ ਆ, ਉਹਨਾਂ ਸਵਾਲਾਂ ਦੇ ਜਵਾਬ ਕਿੱਥੇ ਨੇ। ਸੋ ਦੱਸ ਹੀ ਦਿੱਤਾ ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਪ੍ਰਧਾਨ ਮੰਤਰੀ ਕਿਸਾਨ सम्मान निधि योजना ਦੇ ਤਹਿਤ ਵਰਚੁਅਲ ਸਮਾਗਮ ਕਰਦੇ ਆ, ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨਾਲ ਜੁੜਦੇ ਆ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਵੀ ਸੀ ਜਿਹੜੇ ਆਪਣੀਆਂ ਸਬਜ਼ੀਆਂ ਰੱਖ ਕੇ ਕੈਮਰੇ ਦੇ ਸਾਹਮਣੇ ਬੈਠੇ ਹੋਏ ਸੀ। ਸੋ ਉਹਨਾਂ ਨੇ ਸੰਬੋਧਨ ਕੀਤਾ ਤੇ ਉਹਨਾਂ ਨੇ ਕਿਹਾ ਕਿ 19,000 ਕਰੋੜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦਿੱਤੇ ਗਏ ਆ ਔਰ 10 ਕਰੋੜ ਕਿਸਾਨਾਂ ਨੂੰ ਇਹਦਾ ਲਾਭ ਮਿਲੂਗਾ। ਔਰ ਇਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਬੰਗਾਲ ਦੇ ਕਿਸਾਨਾਂ ਨੂੰ ਪਹਿਲੀ ਵਾਰ ਜਿਹੜੀ ਪਹਿਲੀ ਕਿਸ਼ਤ ਗਈ ਆ ਔਰ ਉਹਨਾਂ ਨੂੰ ਲਾਭ ਮਿਲ ਰਿਹਾ ਇਸ ਚੀਜ਼ ਦਾ। ਔਰ ਜਿਸ ਤਰੀਕੇ ਨਾਲ ਹੋਰ ਜਿਹੜੇ ਬੰਗਾਲ ਦੇ ਕਿਸਾਨਾਂ ਦੀ ਲਿਸਟ ਆਉਂਦੀ ਜਾਊਗੀ, ਉਵੇਂ ਉਵੇਂ ਉਹਨਾਂ ਦੇ ਖਾਤਿਆਂ ਦੇ ਵਿੱਚ ਅਸੀਂ ਪੈਸੇ ਪਾਉਂਦੇ जावांगे। 58,000 करोड़ रुपए सीधे किसानों के खाते में पहुंच चुका है। सबसे बड़ी बात ये कि अब किसान जो उपज मंडी में बेच रहा है, उसको अब अपने पैसे के लिए लंबा इंतजार नहीं करना पड़ता, परेशान नहीं होना पड़ता। किसान के हक का पैसा सीधा उसके बैंक खाते में जमा हो रहा है। ਸੋ ਉਸ ਤੋਂ ਬਾਅਦ ਉਹ ਜ਼ਿਕਰ ਕਰਦੇ ਆ ਕਿ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਪੈਸੇ ਪਾਏ ਗਏ ਆ। ਤਕਰੀਬਨ ਉਹਨਾਂ ਨੇ ਜਿਹੜੇ ਅੰਕੜੇ ਵੀ ਦੱਸੇ ਆ ਕਿ ਕਰੋੜਾਂ ਦੇ ਹਿਸਾਬ ਦੇ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਅਸੀਂ ਪੈਸੇ ਪਾ ਦਿੱਤੇ ਔਰ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੂੰ ਇਹਦਾ ਲਾਭ ਮਿਲ ਰਿਹਾ। ਨਾਲ ਇੱਕ ਉਹ ਖਾਸ ਗੱਲ ਕਹਿੰਦੇ ਆ, ਉਸ ਵੇਲੇ ਜਿਸ ਵੇਲੇ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ 5-6 ਮਹੀਨੇ ਤੋਂ ਕਿਸਾਨ ਬੈਠੇ ਹੋਏ ਆ, ਉਹ ਕਹਿੰਦੇ ਆ ਕਿ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਗਏ ਆ ਔਰ ਉਹ ਬੇਹੱਦ ਖੁਸ਼ ਹੈਗੇ ਆ ਇਸ ਚੀਜ਼ ਤੋਂ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਆਏ ਔਰ ਸਿੱਧੇ ਖਾਤਿਆਂ ਦੇ ਵਿੱਚ ਪੈਸੇ ਪੈਣ ਤੋਂ ਬਾਅਦ ਸਕੂਨ ਕੀ ਹੁੰਦਾ ਉਹਦਾ ਅਹਿਸਾਸ ਜਿਹੜੇ ਆ ਪੰਜਾਬ ਤੇ ਹਰਿਆਣਾ ਦੇ ਕਿਸਾਨ ਕਰ ਰਹੇ ਆ। ਤੇ ਪੰਜਾਬ ਤੇ ਹਰਿਆਣਾ ਦੀ ਕਿਸਾਨਾਂ ਦੀ ਖੁਸ਼ੀ ਦੀਆਂ ਵੀਡੀਓਜ਼ ਬਹੁਤ ਸਾਰੀਆਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਸੋਸ਼ਲ ਮੀਡੀਆ ਤੇ ਦੇਖੀਆਂ ਔਰ ਮੈਂ ਉਹਨਾਂ ਦੀ ਖੁਸ਼ੀ ਦਾ ਅੰਦਾਜ਼ਾ ਲਗਾ ਪਾ ਰਿਹਾ ਕਿ ਕਿੰਨੇ ਜ਼ਿਆਦਾ खुश ने। मुझे संतोष है कि पंजाब और हरियाणा के लाखों किसान पहली बार डायरेक्ट ट्रांसफर की इस सुविधा से जुड़े हैं। अभी तक पंजाब के किसानों के बैंक खाते में करीब 18,000 करोड़ रुपए और हरियाणा के किसानों के बैंक खाते में 9,000 करोड़ रुपए सीधे उनके बैंक अकाउंट में जमा हो चुके हैं। अपना पूरा पैसा अपने बैंक खाते में पाने का संतोष क्या होता है, ये पंजाब और हरियाणा के किसान भी अनुभव भी कर रहे हैं और मुखर होकर बोल भी रहे हैं। मैं सोशल मीडिया में इतने वीडियो देखे हैं किसानों के, खास करके पंजाब के किसानों के, कि इस प्रकार से उनको पैसा पहुंच जाना और वो भी पूरा पैसा पहुंच जाना, उसका संतोष इतने उमंग के साथ वो बता रहे हैं। खाते दे विच सिद्धे पैसे आउंदा सकून की हुंदा, ਇਹ ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਵੇਲੇ ਮਹਿਸੂਸ ਕਰ ਰਹੇ ਨੇ। ਸੋ ਇਹ ਸਾਰੀਆਂ ਗੱਲਾਂ ਅਸੀਂ ਸਮਝਦੇ ਹਾਂ, ਮੰਨਦੇ ਹਾਂ ਤੇ ਚੰਗੀ ਗੱਲ ਆ ਕਿ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾ ਦਿੱਤੇ ਗਏ। ਵੈਸੇ 45 ਦਿਨ ਦਾ ਸਮਾਂ ਕਿਹਾ ਗਿਆ ਸੀ ਤੇ ਜਿਹੜੀਆਂ ਇਹ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਸੀ ਕਿ ਮੰਡੀਆਂ ਦੇ ਵਿੱਚ ਬੈਠੇ ਅਸੀਂ ਰੁਲ ਰਹੇ ਹਾਂ, ਸਰਕਾਰਾਂ ਸਾਡੇ ਲਈ ਕੋਈ ਪ੍ਰਬੰਧ ਨਹੀਂ ਕਰ ਰਹੀਆਂ, 45 ਘੰਟੇ 'ਚ ਪੈਸੇ ਨਹੀਂ ਆਏ ਔਰ ਮੀਂਹ ਜਿਹੜਾ ਪੈ ਰਿਹਾ ਉਹਦੇ ਵਿੱਚ ਅਨਾਜ ਜਿਹੜਾ ਰੁਲ ਰਿਹਾ ਔਰ ਕਿਸਾਨ ਗਿੱਲੀ ਜਿਹੜੀ ਆ ਫਸਲ, ਗਿੱਲਾ ਅਨਾਜ ਜਿਹੜਾ ਆਪਣੇ ਹੱਥਾਂ ਦੇ ਉੱਤੇ ਲੈ ਕੇ ਖੜੇ ਹੋਏ ਸੀ। ਤੇ ਸਵਾਲ ਖੜਾ ਹੁੰਦਾ ਫਿਰ ਉਹ ਕਿਸਾਨ ਕੌਣ ਸਨ ਜਾਂ ਉਹ ਲੋਕ ਕੌਣ ਸਨ ਜਿਹੜੇ ਮੰਡੀਆਂ ਦੇ ਵਿੱਚ ਖੜ ਕੇ ਇਹ ਵੀਡੀਓਜ਼ ਬਣਾ ਰਹੇ ਸੀ ਕਿ ਸਾਡੀ ਫਸਲ ਰੁਲ ਰਹੀ ਆ। ਉਸ ਤੋਂ ਦੂਜੀ ਗੱਲ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ ਔਰ ਕਹਿੰਦੇ ਆ ਕਿ
ਹੋਰ ਜਿੱਥੇ ਸਾਰਾ ਕੁਝ ਹੋ ਰਿਹਾ ਉੱਥੇ ਮੈਂ ਗੰਗਾ ਜੀ ਦੇ ਲਈ ਬੇहद ਫਿਕਰਮੰਦ ਹਾਂ। ਔਰ ਪਹਿਲਾਂ ਵੀ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ ਇੱਕ ਵਾਰੀ ਕਿਹਾ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਲੋਕਾਂ ਦੀ ਭਲਾਈ ਦੇ ਮਾਮਲੇ 'ਚ ਮੇਰੀ ਨੀਅਤ ਗੰਗਾ ਜੀ ਦੇ ਪਾਣੀ ਵਾਂਗ ਸਾਫ਼ ਹੈ, ਨਿਰਮਲ ਹੈ। ਸੋ ਹੁਣ ਉਹਨਾਂ ਨੇ ਫਿਰ ਗੰਗਾ ਜੀ ਦਾ ਜ਼ਿਕਰ ਕੀਤਾ ਕਿ ਜਿੱਥੇ खेती ਦੇ ਵਿੱਚ ਬਹੁਤ ਸਾਰੇ ਨਵੇਂ ਤਜਰਬੇ ਕਿਸਾਨ ਕਰ ਰਹੇ ਆ, ਮੈਂ ਉਹਨਾਂ ਦਾ ਸਾਥ ਦੇ ਰਿਹਾ। ਕਿਸਾਨਾਂ ਨੂੰ ਅਮੀਰ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਲਗਾਤਾਰ ਪੰਜਾਬ ਤੇ ਹਰਿਆਣਾ ਨੂੰ ਦੇ ਕਿਸਾਨਾਂ ਨੂੰ ਅਮੀਰ ਬਣਾਉਣ ਦੀ ਕੋਸ਼ਿਸ਼ ਤਾਂ ਨਜ਼ਰ ਆ ਹੀ ਰਹੀ ਹੈ। ਉੱਥੇ ਉਹਨਾਂ ਨੇ ਪੂਰੇ ਜਿਹੜੇ ਭਾਰਤ ਵਰਸ਼ ਦੇ ਜਿਹੜੀ ਕਿਸਾਨਾਂ ਨੂੰ ਸੰਬੋਧਨ ਕੀਤਾ ਔਰ ਉਹਨਾਂ ਨੇ ਖਾਸ ਗੱਲ ਕਹੀ ਕਿ ਗੰਗਾ ਨਦੀ ਦੇ ਦੋਨੇ ਪਾਸੇ 5-5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜੈਵਿਕ ਖੇਤੀ ਜਿਹੜੀ ਹੈ ਕੀਤੀ ਜਾਊਗੀ। ਕਾਰਨ ਦੱਸਿਆ ਕਿ ਜਿਹੜੀ ਖੇਤੀ ਦੇ ਵਿੱਚ ਕੈਮੀਕਲ ਯੂਜ਼ ਹੋ ਰਹੇ ਆ ਉਹ ਜਿਹੜੇ ਕੈਮੀਕਲ ਆ ਜੇ ਗੰਗਾ ਦੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜੈਵਿਕ ਖੇਤੀ ਕੀਤੀ ਜਾਂਦੀ ਆ ਤੇ ਗੰਗਾ ਜੀ ਦੇ ਵਿੱਚ ਕੈਮੀਕਲਸ ਨਹੀਂ ਜਾਣਗੇ ਤੇ ਗੰਗਾ ਜੀ ਨੂੰ ਮਲੀਨ ਨਹੀਂ ਕੀਤਾ ਜਾਊਗਾ। साथियों, खेती में नए समाधान, नए विकल्प देने के लिए सरकार निरंतर प्रयास कर रही है। जैविक खेती को बढ़ावा देना ऐसा ही प्रयास है। इस प्रकार की फसलों में लागत भी कम है, ये मिट्टी और इंसान के स्वास्थ्य के लिए लाभदायक है और इनकी कीमत भी ज्यादा मिलती है। थोड़ी देर पहले इस प्रकार की खेती में जुड़े देश भर के कुछ किसानों से मेरी बातचीत भी हुई है। उनके हौसले, उनके अनुभवों को जानकर मैं बहुत उत्साहित हूं। आज गंगा जी के दोनों ओर करीब 5 किलोमीटर के दायरे में जैविक खेती को व्यापक स्तर पर प्रोत्साहित किया जा रहा है ताकि वो जो खेत में उपयोग किया गया केमिकल है, बारिश के समय जो पानी बह करके गंगा जी में न चला जाए और गंगा जी प्रदूषित न हो, इसलिए गंगा जी के दोनों तट के 5-5 किलोमीटर करीब करीब ये जैविक उत्पादक को विशेष बल दिया जा रहा है। बेहद ਸੁਖਦ ਅਹਿਸਾਸ ਹੋਇਆ ਹੋਊਗਾ ਲੋਕਾਂ ਨੂੰ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣਨੀਆਂ ਪਸੰਦ ਨੇ ਤੇ ਉਹ ਖੁਸ਼ ਹੋ ਜਾਂਦੇ ਆ। ਪਰ ਇਹਦੇ ਨਾਲ ਫਿਰ ਸਵਾਲ ਖੜੇ ਹੋ ਜਾਂਦੇ ਆ ਕਿ ਕੱਲ ਪਰਸੋਂ ਇੱਕ ਅਖਬਾਰ ਨੇ ਖਬਰ ਦਿੱਤੀ ਹੈ ਕਿ ਗੰਗਾ ਦੇ ਵਿੱਚ ਇਸ ਵੇਲੇ ਇੰਨੀਆਂ ਕੁ ਲਾਸ਼ਾਂ ਰੁੜ ਕੇ ਆ ਚੁੱਕੀਆਂ ਹੋਈਆਂ ਨੇ ਤੇ ਕਿਨਾਰੇ ਦੇ ਵਿੱਚ ਰੇਤਾ ਦੇ ਉੱਤੇ ਪਈਆਂ ਹੋਈਆਂ ਮਿਲ ਰਹੀਆਂ ਨੇ, ਜਿਨ੍ਹਾਂ ਨੂੰ ਪੰਛੀ ਖਾ ਰਹੇ ਨੇ, ਜਿਨ੍ਹਾਂ ਨੂੰ ਕੁੱਤੇ ਖਾ ਰਹੇ ਨੇ ਔਰ ਉਹ ਲਾਸ਼ਾਂ ਬੇहद ਮੁਸ਼ਕੀਆਂ ਹੋਈਆਂ ਨੇ। ਤੇ ਉਹ ਅਖਬਾਰ ਖਬਰ ਇਹ ਦੱਸਦਾ ਹੈ ਕਿ ਹੁਣ ਗੰਗਾ ਦੇ ਵਿੱਚ ਇਸ਼ਨਾਨ ਕਰਨੋਂ ਲੋਕ ਡਰ ਰਹੇ ਨੇ ਤਾਂ ਕਿ ਇਹ ਮਹਾਮਾਰੀ ਉਹਨਾਂ ਨੂੰ ਨਾ ਲੱਗ ਜਾਵੇ, ਲਾਗ ਦੀ ਬਿਮਾਰੀ ਉਹਨਾਂ ਨੂੰ ਨਾ ਫੈਲ ਜਾਵੇ। ਸੋ ਇੱਕ ਪਾਸੇ ਗੰਗਾ ਨੂੰ ਸਾਫ਼ ਰੱਖਣ ਦੀ ਗੱਲ, ਗੰਗਾ ਦੇ 5-5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜੈਵਿਕ ਖੇਤੀ ਕਰਨ ਦੀ ਗੱਲ ਤਾਂ ਕਿ ਕੈਮੀਕਲ ਵਿੱਚ ਨਾ ਚਲਿਆ ਜਾਵੇ ਗੰਗਾ ਦੇ ਪਾਣੀ ਦੇ ਵਿੱਚ ਤੇ ਉਹ ਮਲੀਨ ਨਾ ਹੋਵੇ। ਤੇ ਇਸ ਤਰੀਕੇ ਨਾਲ ਗੰਗਾ ਦੀ ਮਲੀਨਤਾ ਦੇ ਬਾਰੇ ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਨਹੀਂ ਪਤਾ ਜਾਂ ਜਿਸ ਤਰੀਕੇ ਨਾਲ ਕਰੋਨਾ ਮਹਾਮਾਰੀ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਔਰ ਖਬਰਾਂ ਇਹ ਦੱਸ ਰਹੀਆਂ ਨੇ ਕਿ ਗੰਗਾ ਦੇ ਵਿੱਚ ਵਹਿ ਕੇ ਆਉਣ ਵਾਲੀਆਂ ਲਾਸ਼ਾਂ ਉਹਨਾਂ ਲੋਕਾਂ ਦੀਆਂ ਹੋ ਸਕਦੀਆਂ ਨੇ ਜਿਹੜੇ ਕੋਵਿਡ ਦੇ ਮਰੀਜ਼ ਨੇ ਔਰ ਕਿਉਂਕਿ ਲੱਕੜਾਂ ਪੂਰੀਆਂ ਨਹੀਂ ਆ ਰਹੀਆਂ, ਸੰਸਕਾਰ ਦੇ ਪ੍ਰਬੰਧ ਪੂਰੇ ਨਹੀਂ ਆ, ਪਰਿਵਾਰ ਖੁਦ ਕਰਨਾ ਨਹੀਂ ਚਾਹੁੰਦੇ, ਪ੍ਰਸ਼ਾਸਨ ਜਿਹੜਾ ਹੈਗਾ ਖੁਦ ਲੱਗਦੀ ਬਿਮਾਰੀ ਦੇ ਡਰੋਂ ਇਹਨਾਂ ਲਾਸ਼ਾਂ ਨੂੰ ਪਾਣੀ 'ਚ ਰੋੜ ਰਿਹਾ ਤੇ ਇਹੀ ਵਜ੍ਹਾ ਕਿ ਉੱਪਰੋਂ ਲਾਸ਼ਾਂ ਤੈਰਦੀਆਂ ਹੋਈਆਂ ਗੰਗਾ ਨਦੀ ਦੇ ਤੱਟਾਂ ਦੇ ਉੱਤੇ ਇਸ ਵੇਲੇ ਮਿਲ ਰਹੀਆਂ ਨੇ। ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਨਹੀਂ ਸੀ? ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਡਰ ਨਹੀਂ ਸੀ ਕਿ ਲਾਸ਼ਾਂ ਪਾਣੀ 'ਚ ਵਹਿੰਦੀਆਂ ਹੋਈਆਂ ਆ ਕੇ ਗੰਗਾ ਦੇ ਪਾਣੀ ਨੂੰ ਮਲੀਨ ਕਰ ਸਕਦੀਆਂ? ਤੇ ਜੇ ਹੁਣ ਗੰਗਾ ਦਾ ਪਾਣੀ ਮਲੀਨ ਹੋ ਰਿਹਾ ਤੇ ਲੋਕ ਉਹਦੇ ਵਿੱਚੋਂ ਇਸ਼ਨਾਨ ਕਰਨ ਤੋਂ ਵੀ ਡਰ ਰਹੇ ਨੇ ਤੇ ਇਹਨਾਂ ਸਵਾਲਾਂ ਦੇ ਜਵਾਬ ਵੀ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਸਾਹਿਬ ਦੇਣ ਦੀ ਕੋਸ਼ਿਸ਼ ਕਰਨ, ਅਸੀਂ ਉਮੀਦ ਕਰਦੇ ਹਾਂ। ਤੀਜੀ ਜਿਹੜੀ ਗੱਲ ਉਹਨਾਂ ਨੇ ਕਹੀ, ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਰਾਸ਼ਨ ਯੋਜਨਾ ਜਿਹੜੀ ਆ ਉਹ ਚੱਲ ਰਹੀ ਹੈ ਤੇ ਇਸ ਵਾਰ ਵੀ ਮਈ-ਜੂਨ ਦੇ ਵਿੱਚ ਤਕਰੀਬਨ 26 ਕਰੋੜ ਦਾ ਰਾਸ਼ਨ ਜਿਹੜਾ ਲੋਕਾਂ ਨੂੰ ਮੁਫਤ ਵੰਡਿਆ ਜਾਊਗਾ ਉਹਨਾਂ ਗਰੀਬਾਂ ਨੂੰ ਜਿਨ੍ਹਾਂ ਦੇ ਚੁੱਲ੍ਹੇ ਨਹੀਂ ਜਲ ਰਹੇ ਗਰੀਬੀ ਦਾ ਕਰਕੇ। 8 महीने तक गरीबों को मुफ्त राशन दिया गया था। इस बार मई और जून महीने में देश के 80 करोड़ से ज्यादा साथियों को राशन मिले, इसका प्रबंध भी किया गया है। इस पर भी केंद्र सरकार 26,000 करोड़ रुपए
हमारे गरीब के घर में चूल्हा जले इसलिए खर्च कर रही हैं। ਪੈਦਲ ਤੁਰਦੇ ਲੋਕ ਤੁਹਾਨੂੰ ਯਾਦ ਹੋਣਗੇ ਜਿਹੜੇ ਪਿਛਲੀ ਵਾਰ ਕਰੋਨਾ ਮਹਾਮਾਰੀ ਦੇ ਦੌਰਾਨ ਪੈਦਲ ਚੱਲ ਕੇ ਜਾ ਰਹੇ ਸੀ, ਬਿਨਾਂ ਕਿਸੇ ਗੱਡੀ ਦੇ, ਬਿਨਾਂ ਕਿਸੇ ਵਾਹਨ ਦੇ, ਬਿਨਾਂ ਪੈਰਾਂ 'ਚ ਚੱਪਲਾਂ ਦੇ, ਬਿਨਾਂ ਕਿਸੇ ਖਾਣੇ ਦੇ ਔਰ ਬਿਨਾਂ ਕਿਸੇ ਦਵਾਈ ਦੇ। ਗਰਭਵਤੀ ਔਰਤਾਂ ਉਹਨਾਂ 'ਚ ਮੌਜੂਦ ਸੀ, ਨਿੱਕੇ ਬੱਚੇ ਮੌਜੂਦ ਸੀ, ਬਜ਼ੁਰਗ ਲੋਕ ਮੌਜੂਦ ਸੀ। ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਯਾਦ ਨੇ ਕਿ ਇਹ ਜੇ ਲੋਕ ਜਿਉਂਦੇ ਰਹਿਣਗੇ ਤਾਂ ਹੀ ਉਹ ਖਾਣਾ ਖਾਣਗੇ, ਔਰ ਜਿਉਂਦੇ ਰਹਿਣ ਦੇ ਲਈ ਇਕੱਲੇ ਖਾਣੇ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ, ਆਕਸੀਜਨ ਦੀ, ਵੈਂਟੀਲੇਟਰਾਂ ਦੀ, ਵੈਕਸੀਨੇਸ਼ਨ ਦੀ। ਸੋ ਇਹਨਾਂ ਚੀਜ਼ਾਂ ਦੇ ਵੱਲ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਧਿਆਨ ਦੇਣ ਤੇ 26 ਕਰੋੜ ਵਰਗਾ ਕੁਝ ਹੋਰ ਅੰਕੜਾ ਜਿਹੜਾ ਇਹਨਾਂ ਚੀਜ਼ਾਂ ਨੂੰ ਦੀ ਪੂਰਤੀ ਦੇ ਵਿੱਚ ਵੀ ਲਾ ਦੇਣ ਤੇ ਸ਼ਾਇਦ ਲੋਕਾਂ ਦੇ ਸਵਾਲ ਜਿਹੜੇ ਆ ਥੋੜੇ ਜਿਹੇ ਸੰਤੁਸ਼ਟ ਹੋ ਜਾਣ। ਫਿਰ ਉਹ ਇਹ ਗੱਲ ਕਰਦੇ ਆ ਕਿ ਖਾਸ ਜਿਹੜੀ ਗੱਲ ਆ ਜਿਹਦੇ ਉੱਤੇ ਬਹੁਤ ਆਲੋਚਨਾ ਵੀ ਹੋਈ ਆ, ਪਰ ਪ੍ਰਧਾਨ ਮੰਤਰੀ ਸਾਹਿਬ ਹਮੇਸ਼ਾ ਕੰਨ ਬੰਦ ਕਰਕੇ ਆਪਣੀ ਗੱਲ ਕਹਿੰਦੇ ਆ। ਸੁਣਦੇ ਜੇ ਹੁੰਦੇ ਤੇ ਸ਼ਾਇਦ ਉਹਦਾ ਅਸਰ ਸਾਨੂੰ ਦੇਖਣ ਨੂੰ ਮਿਲਦਾ। ਉਹਨਾਂ ਨੇ ਕਿਹਾ ਕਿ ਬੀਤੇ ਸਮੇਂ ਦੇ ਵਿੱਚ ਜਿਸ ਦਰਦ ਦੇ ਵਿੱਚੋਂ ਭਾਰਤ ਵਰਸ਼ ਦੇ ਲੋਕ ਗੁਜ਼ਰੇ ਆ, ਮੈਂ ਵੀ ਉਸ ਦਰਦ ਨੂੰ ਓਨਾ ਹੀ ਮਹਿਸੂਸ ਕਰਦਾ ਤੇ ਦੇਸ਼ ਦਾ ਪ੍ਰਧਾਨ ਹੋਣ ਦੇ ਨਾਤੇ ਤੁਹਾਡੇ ਸਭ ਦੀ ਹਰ ਭਾਵਨਾ ਦੇ ਵਿੱਚ, ਹਰ ਦੁੱਖ ਦੇ ਵਿੱਚ ਸ਼ਰੀਕ ਹਾਂ। हम अपने बहुत से करीबियों को खो चुके हैं। बीते कुछ समय से जो कष्ट देशवासियों ने सहा है, अनेकों लोग जिस दर्द से गुजरे हैं, तकलीफ से गुजरे हैं, वो मैं भी उतना ही महसूस कर रहा हूं। देश का प्रधान सेवक होने के नाते आपकी हर भावना का मैं सहभागी हूं। ਇੱਥੇ ਜਾ ਕੇ ਬਹੁਤ ਵੱਡੀ ਚੁੱਪੀ ਖੜੀ ਹੋ ਜਾਂਦੀ ਆ, ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੰਨੇ ਸੰਵੇਦਨਸ਼ੀਲ ਆ ਕਿ ਦੇਸ਼ ਦੇ ਲੋਕਾਂ ਦੀ ਜ਼ਰਾ ਜਿਹੀ ਤਕਲੀਫ ਉਹਨਾਂ ਦੇ ਮਨ ਤੇ ਭਾਰੂ ਪੈ ਜਾਂਦੀ ਆ, ਉਹ ਪਰੇਸ਼ਾਨ ਹੋ ਜਾਂਦੇ ਆ। ਔਰ ਹੁਣ ਉਹ ਉਨੇ ਹੀ ਪਰੇਸ਼ਾਨ ਆ ਜਿੰਨੇ ਉਹ ਲੋਕ ਪਰੇਸ਼ਾਨ ਆ ਜਿਹੜੇ ਆਪਣੇ ਬੱਚਿਆਂ ਨੂੰ, ਆਪਣੇ ਘਰਦਿਆਂ ਨੂੰ ਕਰੋਨਾ ਦੇ ਦੌਰਾਨ ਗਵਾ ਰਹੇ ਆ ਤੇ ਉਹਨਾਂ ਦੇ ਆਖਰੀ ਦਰਸ਼ਨ ਤੱਕ ਕਰਨੇ ਉਹਨਾਂ ਨੂੰ ਨਸੀਬ ਨਹੀਂ ਹੋ ਰਹੇ। ਉਹ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮੈਂ ਉਹਨਾਂ ਦਰਦ ਮਹਿਸੂਸ ਕਰ ਰਿਹਾ ਹਾਂ। ਇਹਦੇ ਵਿੱਚ ਵੀ ਅਸੀਂ ਕੁਝ ਸਵਾਲ ਪੁੱਛਣ ਦੀ ਗੁਸਤਾਖੀ ਕਰ ਲੈਂਦੇ ਆ ਕਿ ਕੀ ਸੱਚਮੁੱਚ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤੁਸੀਂ ਦੁਖੀ ਹੋ? ਤੇ ਜੇ ਦੁਖੀ ਹੋ ਤਾਂ ਕਰੋਨਾ ਮਹਾਮਾਰੀ ਸੀ ਜਦੋਂ ਤੁਸੀਂ ਬੰਗਾਲ ਦੇ ਵਿੱਚ ਵੱਡੇ ਇਕੱਠਾਂ ਨੂੰ ਸੰਬੋਧਨ ਕਰ ਰਹੇ ਸੀ ਤੇ ਜਦੋਂ ਦੀਦੀ ਵਾਲਾ ਡਾਇਲੌਗ ਬੋਲ ਰਹੇ ਸੀ ਤੁਸੀਂ, ਤੇ ਉਸ ਤੋਂ ਪਹਿਲਾਂ ਤੁਸੀਂ ਇਹ ਕਿਹਾ ਸੀ ਕਿ ਦਮ ਦਿਖਾ ਦਿੱਤਾ ਤੁਸੀਂ। ਇੰਨਾ ਵੱਡਾ ਇਕੱਠ ਕਿ ਮੈਨੂੰ ਦੂਰ ਤੱਕ ਲੋਕ ਹੀ ਲੋਕ ਨਜ਼ਰ ਆ ਰਹੇ ਆ, ਹੋਰ ਕੋਈ ਨਜ਼ਰ ਹੀ ਨਹੀਂ ਆ ਰਿਹਾ। ਕਿ ਉਸ ਵੇਲੇ ਤੁਹਾਨੂੰ ਕਰੋਨਾ ਬਿਮਾਰੀ ਨਜ਼ਰ ਨਹੀਂ ਸੀ ਆ ਰਹੀ? ਕਿ ਉਸ ਵੇਲੇ ਤੁਹਾਨੂੰ ਆਪਣੇ ਵੱਲੋਂ ਕੀਤੇ ਗਏ ਪ੍ਰਬੰਧ ਜਿਹੜੇ ਕਿ ਤੁਸੀਂ ਕੀਤੇ ਹੀ ਨਹੀਂ ਸੀ ਉਹ ਨਜ਼ਰ ਨਹੀਂ ਸੀ ਆ ਰਹੇ? ਕਿ ਉਸ ਵੇਲੇ ਤੁਹਾਨੂੰ ਕਰੋਨਾ ਦੇ ਟੀਕੇ ਜਿਹੜੇ ਕਿ ਤੁਸੀਂ ਵਿਦੇਸ਼ ਬਹੁਤਾਤ ਦੇ ਵਿੱਚ ਭੇਜ ਦਿੱਤੇ, ਆਪਣੇ ਲੋਕਾਂ ਲਈ ਰੱਖੇ ਹੀ ਨਹੀਂ ਸੀ, ਤੁਹਾਨੂੰ ਉਹ ਨਜ਼ਰ ਨਹੀਂ ਸੀ ਆ ਰਹੇ? ਕਿ ਉਸ ਵੇਲੇ ਤੁਹਾਨੂੰ ਪਿਛਲੇ ਸਾਲ ਦਾ ਮੰਜ਼ਰ ਯਾਦ ਨਹੀਂ ਸੀ ਕਿ ਕਿਸ ਤਰੀਕੇ ਦੇ ਨਾਲ ਲੋਕ ਜਦੋਂ ਤੁਹਾਡੇ ਇੱਕਦਮ ਲਾਕਡਾਊਨ ਦੇ ਤਾਨਾਸ਼ਾਹੀ ਹੁਕਮਾਂ ਦੇ ਚਲਦਿਆਂ ਆਪਣੇ ਘਰਾਂ 'ਚ ਫਸ ਗਏ ਤੇ ਆਪਣੇ ਨੀਚੇ ਕੰਮ ਕਰਨ ਵਾਲੇ ਲੋਕਾਂ ਨੂੰ ਤਨਖਾਹਾਂ ਨਹੀਂ ਦੇ ਪਾਏ ਤੇ ਇਸ ਦੌਰਾਨ ਬਹੁਤ ਸਾਰੇ ਮਜ਼ਦੂਰ, ਗਰਭਵਤੀ ਔਰਤਾਂ ਆਪਣੇ ਪ੍ਰਦੇਸ਼ਾਂ ਨੂੰ ਜਿਹੜੇ ਉਹਨਾਂ ਨੇ ਚਾਲੇ ਪਾਏ ਸੀ ਤੇ ਉਹ ਨੰਗੇ ਪੈਰੀਂ ਚੱਲ ਰਹੇ ਸੀ। ਕਿ ਉਸ ਵੇਲੇ ਤੁਹਾਨੂੰ ਕੁਝ ਵੀ ਦਿਖ ਨਹੀਂ ਸੀ ਰਿਹਾ? ਸੋ ਤੁਹਾਨੂੰ ਦਿਖ ਰਿਹਾ ਸੀ ਤੇ ਇਕੱਠ, ਉਹ ਇਕੱਠ ਜਿਹੜਾ ਕਰੋਨਾ ਨੂੰ ਫੈਲਾ ਸਕਦਾ ਸੀ ਤੇ ਉਹ ਇਕੱਠ ਉਸੇ ਹੀ ਤੁਹਾਡੀ ਭਾਰਤ ਦੀ ਜਨਤਾ ਦਾ ਸੀ ਜਿਸ ਭਾਰਤ ਦੀ ਜਨਤਾ ਦਾ ਦੁੱਖ ਤੁਸੀਂ ਹੁਣ ਮਹਿਸੂਸ ਕਰਨ ਦੀ ਗੱਲ ਕਹਿ ਰਹੇ ਹੋ। ਕੀ ਤੁਸੀਂ ਸੱਚਮੁੱਚ ਮਹਿਸੂਸ ਕਰ ਰਹੇ ਸੀ ਜਾਂ ਫਿਰ ਇਹ ਸਿਰਫ ਤੇ ਸਿਰਫ ਡਾਇਲੌਗ ਬਾਜ਼ੀ ਹੈ? ਸੋ ਇਸ ਵੇਲੇ ਇੱਕ ਹੋਰ ਵੀ ਨਾਲ ਸਵਾਲ ਖੜਾ ਹੋ ਰਿਹਾ ਕਿ ਜੇ ਤੁਸੀਂ ਦੁੱਖ ਮਹਿਸੂਸ ਕਰ ਰਹੇ ਹੋ ਤਾਂ ਸੈਂਟਰਲ ਵਿਸਟਾ ਬਣ ਰਿਹਾ, ਤੁਹਾਡੀ ਨਜ਼ਰ ਉਧਰ ਤੇ ਨਾਲ ਵਿਲਕਦੇ ਲੋਕਾਂ ਦੇ ਵੱਲ ਨਹੀਂ ਜਾਂਦੀ। ਇਹ ਸਾਰੀਆਂ ਚੀਜ਼ਾਂ ਬੇਹੱਦ ਸੰਵੇਦਨਸ਼ੀਲ ਨੇ, ਪਰ ਪ੍ਰਧਾਨ ਮੰਤਰੀ ਸਾਹਿਬ ਜੋ ਕਹਿੰਦੇ ਆ ਔਰ ਜੋ ਕਰਦੇ ਆ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਫਰਕ ਹੈ। ਉਸ ਤੋਂ ਅੱਗੇ ਫਿਰ ਕੁਝ ਕਹਿੰਦੇ ਆ, ਉਹ ਕਹਿੰਦੇ ਆ ਕਿ ਯੁੱਧ ਸਤਰ ਦੇ ਉੱਤੇ ਕਰੋਨਾ ਮਹਾਮਾਰੀ ਨਾਲ ਲੜਨ ਦੇ ਲਈ ਸਾਡਾ ਅਮਲਾ ਕੰਮ ਕਰ ਰਿਹਾ, ਸਾਰੇ ਦੇ ਸਾਰੇ ਸਰਕਾਰ ਦੇ ਸਾਰੇ ਵਿਭਾਗ, ਸਾਰੇ ਸਾਧਨ, ਸਾਰੇ ਸੁਰੱਖਿਆ ਬਲ, ਸਭ ਕੁਝ
ਮਹਾਮਾਰੀ ਦੇ ਨਾਲ ਲੜਨ ਦੇ ਲਈ ਇਕਜੁੱਟ ਹੋ ਕੇ ਕੰਮ ਕਰ ਰਿਹਾ ਹੈ। आपने देखा होगा सरकार के सभी विभाग, सारे संसाधन हमारे देश के सुरक्षा बल, हमारे साइंटिस्ट, हर कोई दिन रात कोविड की चुनौती का मुकाबला करने में एकजुट है। ਇਹ ਸਾਰੇ ਦੇ ਸਾਰੇ ਸਾਧਨ, ਇਹ ਸਾਰੇ ਦੇ ਸਾਰੇ ਸੁਰੱਖਿਆ ਬਲ, ਇਹ ਸਾਰੇ ਦੇ ਸਾਰੇ ਲੋਕ ਕਦੋਂ ਤੋਂ ਕੰਮ ਕਰ ਰਹੇ ਆ? ਜਦੋਂ ਤੁਸੀਂ ਬੰਗਾਲ ਦੇ ਵਿੱਚ ਚੋਣਾਂ ਦੇ ਦੌਰਾਨ ਵੱਡੇ ਇਕੱਠ ਕਰ ਰਹੇ ਸੀ, ਜਦੋਂ ਤੁਸੀਂ ਇਸ ਤਰੀਕੇ ਦੇ ਹੋਰ ਬਹੁਤ ਸਾਰੇ ਸਮਾਗਮ ਕਰ ਰਹੇ ਸੀ, ਜਦੋਂ ਤੁਸੀਂ ਸਰਕਾਰ ਨੂੰ ਲੈ ਕੇ ਬਹੁਤ ਸਾਰੇ ਜ਼ਿੰਮੇਵਾਰੀਆਂ ਦਿਖਾ ਰਹੇ ਸੀ ਕਿ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ, ਪਰ ਅਮਲੀ ਰੂਪ 'ਚ ਉਹ ਕਿੱਥੇ ਸਨ? ਸੋ ਇਹ ਚੀਜ਼ਾਂ ਵੱਡੇ ਸਵਾਲ ਖੜੇ ਕਰਦੀਆਂ। ਹੁਣ ਇਹਦੇ ਨਾਲ ਇੱਕ ਜੁੜਦੀ ਹੋਰ ਬਹੁਤ ਵੱਡੀ ਗੱਲ ਸਾਹਮਣੇ ਆਉਂਦੀ ਹੈ ਕਿ ਦਿੱਲੀ ਦੇ ਵਿੱਚ ਇੱਕ ਪੋਸਟਰ ਕੁਝ ਥਾਈਂ ਲੱਗਿਆ ਮਿਲਿਆ, ਜਿਹਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਕਿ ਮੋਦੀ ਜੀ, ਸਾਡੇ ਬੱਚਿਆਂ ਨੂੰ ਲੱਗਣ ਵਾਲੀ ਵੈਕਸੀਨ ਕਿੱਥੇ ਆ? ਤੁਸੀਂ ਉਹ ਵਿਦੇਸ਼ ਕਿਉਂ ਭੇਜ ਦਿੱਤੀ? ਤੇ ਤੁਹਾਡਾ ਪੂਰੇ ਦਾ ਪੂਰਾ ਅਮਲਾ ਤੁਰੰਤ ਐਕਸ਼ਨ ਦੇ ਵਿੱਚ ਆਉਂਦਾ ਹੈ ਔਰ ਪੋਸਟਰ ਛਾਪਣ ਵਾਲਿਆਂ ਨੂੰ, ਵੰਡਣ ਵਾਲਿਆਂ ਨੂੰ, ਚਿਪਕਾਉਣ ਵਾਲਿਆਂ ਨੂੰ, ਹਰ ਛੋਟੇ ਵੱਡੇ ਬੰਦੇ ਦੇ ਨੂੰ ਲੈ ਕੇ ਤਕਰੀਬਨ 25 ਗ੍ਰਿਫਤਾਰੀਆਂ ਤੁਰੰਤ ਹੋ ਜਾਂਦੀਆਂ। ਇਸ ਤਰੀਕੇ ਦੇ ਨਾਲ ਜਿਵੇਂ ਕੋਈ ਬਹੁਤ ਵੱਡਾ ਦੇਸ਼ ਦੇ ਉੱਤੇ ਹਮਲਾ ਹੋਣ ਵਾਲਾ ਹੋਵੇ, ਜਿਵੇਂ ਕੋਈ ਅੱਤਵਾਦੀ ਜਿਹੜਾ ਹਮਲਾ ਹੋਣ ਵਾਲਾ ਹੋਵੇ, ਤੇ ਤੁਹਾਡੀ ਵਿਜੀਲੈਂਸ ਬਿਊਰੋ, ਤੁਹਾਡਾ ਸਭ ਕੁਝ ਇੱਕਦਮ ਐਕਟਿਵ ਹੋ ਜਾਂਦਾ ਕਿ ਤੁਹਾਡੇ ਇਹ ਸਾਰੇ ਦੇ ਸਾਰੇ ਅਮਲੇ ਨੂੰ ਬੰਗਾਲ ਦੀਆਂ ਚੋਣਾਂ ਵੇਲੇ ਜਦੋਂ ਕਰੋਨਾ ਦੀ ਦੂਜੀ ਲਹਿਰ ਆ ਚੁੱਕੀ ਸੀ, ਦਸਤਕ ਦੇ ਚੁੱਕੀ ਸੀ, ਪਰ ਤੁਸੀਂ ਅੱਖਾਂ ਤੇ ਕੰਨ ਬੰਦ ਕੀਤੇ ਹੋਏ ਸੀ, ਉਸ ਵੇਲੇ ਇਸ ਅਮਲੇ ਨੂੰ ਤੁਸੀਂ ਕਿਉਂ ਨਹੀਂ ਵਰਤਿਆ? ਜਨਤਾ ਦੇ ਹਿੱਤ ਦੇ ਵਿੱਚ ਜਿਹੜੀ ਜਨਤਾ ਦਾ ਦੁੱਖ ਤੁਸੀਂ ਹੁਣ ਬਹੁਤ ਵੱਡੇ ਪੱਧਰ ਤੇ ਮਹਿਸੂਸ ਕਰ ਰਹੇ ਹੋ। ਇਹਦੇ ਨਾਲ ਹੀ ਬੰਗਾਲ ਦੇ ਚੋਣ ਪ੍ਰਚਾਰ ਕਰਨ ਵੇਲੇ ਤੁਸੀਂ ਇਹ ਸਾਰੀ ਜਿਹੜੀ ਤਾਕਤ ਵਰਤੀ ਹੋਈ ਸੀ ਔਰ ਉਹ ਤਾਕਤ ਕਰੋਨਾ ਦੇ ਲਈ ਨਹੀਂ ਸੀ। ਫਿਰ ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਖਿਲਾਫ ਤੁਹਾਡਾ ਸਾਰਾ ਹੀ ਅਮਲਾ, ਜਿਹੜੇ ਖੇਤੀਬਾੜੀ ਮੰਤਰੀ ਨਹੀਂ ਵੀ ਹੈਗੇ, ਸਾਰੇ ਦੇ ਸਾਰੇ ਮੰਤਰੀ, ਸਾਰੇ ਦੇ ਸਾਰੇ ਬਾਲੀਵੁੱਡ ਸਟਾਰ ਜਿਹੜੇ ਤੁਹਾਡੇ ਪੱਖ ਦੇ ਵਿੱਚ ਗੱਲ ਕਰਦੇ ਆ, ਔਰ ਬਾਰਡਰਾਂ ਤੇ ਬੈਠੇ ਕਿਸਾਨ ਜਿਹੜੇ ਸ਼ਾਂਤਮਈ ਬੈਠੇ ਹੋਏ ਆ, ਉਹਨਾਂ ਦੇ ਆਸੇ-ਪਾਸੇ ਲਾਏ ਹੋਏ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ, ਕੀ ਉਹ ਕਰੋਨਾ ਦੇ ਲਈ ਕੰਮ ਕਰ ਰਹੇ ਆ ਜਾਂ ਫਿਰ ਉਹ ਜਿਹੜੇ ਲੋਕ ਆਪਣੇ ਹੱਕ ਦੇ ਲਈ ਆਵਾਜ਼ ਉਠਾਉਂਦੇ ਆ ਉਹਨਾਂ ਦੇ ਖਿਲਾਫ ਕੰਮ ਕਰ ਰਹੇ ਆ? ਸੋ ਇਹ ਲੋਕ ਜਿਹੜੇ ਖਾਸ ਤੌਰ ਤੇ ਸ਼ਾਂਤਮਈ ਬੈਠੇ ਕਿਸਾਨਾਂ ਦੇ ਅੱਗੇ ਪਿੱਛੇ ਮੇਖਾਂ ਕੱਢਣ ਦਾ ਕੰਮ ਕਰ ਰਹੇ ਆ, ਇਹ ਸਾਰਾ ਅਮਲਾ ਕੀ ਤੁਸੀਂ ਵਾਕਈ ਕਰੋਨਾ ਮਹਾਮਾਰੀ ਦੇ ਲਈ ਵਰਤ ਰਹੇ ਹੋ ਜਾਂ ਫਿਰ ਜਿਹੜੀ ਲੋਕਤੰਤਰਿਕ ਹੱਕਾਂ ਦੇ ਲਈ ਆਵਾਜ਼ ਉਠਾਉਣ ਵਾਲੇ ਲੋਕ ਆ ਉਹਨਾਂ ਦੇ ਖਿਲਾਫ ਵਰਤ ਰਹੇ ਹੋ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਰਾਨ ਕਰ ਰਹੀਆਂ ਨੇ। ਫਿਰ ਨਾਲ ਦੀ ਨਾਲ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਆ ਕਿ ਦੇਸ਼ ਦੇ ਵਿੱਚ ਨਵੇਂ ਹਸਪਤਾਲ ਬਣ ਰਹੇ ਆ, ਆਕਸੀਜਨ ਪਲਾਂਟ ਬਣ ਰਹੇ ਆ, ਬਾਹਰੋਂ ਦਵਾਈਆਂ ਮੰਗਵਾਈਆਂ ਜਾ ਰਹੀਆਂ ਨੇ ਜੇ ਦੇਸ਼ 'ਚ ਦਵਾਈਆਂ ਦੀ ਕਮੀ ਆ। ਕਿਉਂ? ਕੁਝ ਦਿਨ ਪਹਿਲਾਂ ਤੱਕ ਸਾਰੇ ਦੇ ਸਾਰੇ ਜਿਹੜੇ ਨੈਸ਼ਨਲ ਚੈਨਲ ਹੈਗੇ ਉਹ ਦਿਖਾ ਰਹੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਦੇਖੋ ਦੇਸ਼ ਦੇ ਵਿੱਚ ਬੜੀ ਕ੍ਰਾਂਤੀ ਲੈ ਆਂਦੀ ਆ, ਦਵਾਈਆਂ ਸਾਡੇ ਕੋਲੇ ਬਣ ਗਈਆਂ, ਵੈਕਸੀਨੇਸ਼ਨ ਅਸੀਂ ਬਣਾ ਦਿੱਤੀ, ਅਸੀਂ ਦੂਜੇ ਦੇਸ਼ਾਂ ਨੂੰ ਸਪਲਾਈ ਕਰ ਰਹੇ ਹਾਂ। ਕਿਉਂ? ਦੂਜੇ ਦੇਸ਼ਾਂ ਤੋਂ ਦਵਾਈਆਂ ਹੁਣ ਕਿਉਂ ਮੰਗਵਾਈਆਂ ਜਾ ਰਹੀਆਂ ਜਦਕਿ ਅਸੀਂ ਉਹਨਾਂ ਨੂੰ ਭੇਜਣ ਵਾਲੇ ਸੀ, ਲੈਣ ਵਾਲੇ ਨਹੀਂ ਸੀ? ਫਿਰ ਹੁਣ ਜਿਹੜੀ ਆ ਇੰਨੇ ਆਕਸੀਜਨ ਜਿਹੜੇ ਪਲਾਂਟ ਜੇ ਲੱਗ ਰਹੇ ਆ, ਤੇ ਕਿਉਂ ਉਹ ਦੇਸ਼ ਜਿਨ੍ਹਾਂ ਨੂੰ ਅਸੀਂ ਆਪਣੇ ਦੁਸ਼ਮਣ ਦੇਸ਼ ਕਿਹਾ ਸੀ, ਉਹ ਦੇਸ਼ ਕਿਉਂ ਆਫਰ ਕਰ ਰਹੇ ਆ ਕਿ ਸਾਡੇ ਕੋਲੋਂ ਆਕਸੀਜਨ ਲੈ ਲਓ, ਆਪਣੇ ਦੇਸ਼ ਨੂੰ ਬਚਾਓ? ਜੇ ਆਕਸੀਜਨ ਪਲਾਂਟ ਲੱਗ ਰਹੇ ਤੇ ਕਦੋਂ ਕੰਮ ਕਰਨ ਲੱਗਣਗੇ? ਇਸ ਵੇਲੇ ਲੱਖਾਂ ਹਜ਼ਾਰਾਂ ਮੌਤਾਂ ਆਕਸੀਜਨ ਦੀ ਕਮੀ ਨਾਲ ਦੇਸ਼ ਦੇ ਨਾਗਰਿਕਾਂ ਦੀਆਂ ਹੋ ਰਹੀਆਂ, ਉਹ ਆਕਸੀਜਨ ਪਲਾਂਟ ਕਦੋਂ ਲੱਗਣਗੇ? ਜਦੋਂ ਦੇਸ਼ ਦੇ ਨਾਗਰਿਕ ਬਹੁਤਾਤ ਦੇ ਵਿੱਚ ਇਸ ਦੁਨੀਆ ਤੋਂ ਚਲੇ ਜਾਣਗੇ, ਉਸ ਤੋਂ ਬਾਅਦ ਜੇ ਆਕਸੀਜਨ ਪਲਾਂਟ ਲੱਗ ਗਏ ਆ ਤੇ ਉਹ ਰਿਜ਼ਲਟ ਕਿਉਂ ਨਹੀਂ ਮਿਲ ਰਹੇ? ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਰੇਲਾਂ ਅਸੀਂ ਚਲਾ ਦਿੱਤੀਆਂ ਆਕਸੀਜਨ ਵਾਲੀਆਂ, ਟੈਂਕਰ ਚਲਾ ਦਿੱਤੇ, ਉਸ ਦੇ ਬਾਵਜੂਦ ਆਕਸੀਜਨ ਨੂੰ ਲੈ ਕੇ ਹਰ ਸੂਬਾ, ਹਰ ਰਾਜ ਜਿਹੜਾ ਦੁਹਾਈ ਦੇ ਰਿਹਾ ਕਿ ਕੇਂਦਰ ਸਾਨੂੰ ਪ੍ਰੋਪਰ ਜਿਹੜੀ ਆਕਸੀਜਨ ਪ੍ਰੋਵਾਈਡ ਨਹੀਂ ਕਰ ਰਹੇ। ਸੁਪਰੀਮ ਕੋਰਟ ਨੂੰ ਵਾਰ-ਵਾਰ ਕੇਂਦਰ ਨੂੰ ਝਾੜ ਪਾਉਣੀ ਪੈ ਰਹੀ ਹੈ ਇਸ ਮਾਮਲੇ ਦੇ ਵਿੱਚ, ਪਰ ਪ੍ਰਧਾਨ ਮੰਤਰੀ ਸਾਹਿਬ ਫਿਰ ਵੀ ਪਰਸੋਂ ਦੇ ਆਪਣੇ ਬਿਆਨਾਂ ਦੇ ਵਿੱਚ ਕਹਿੰਦੇ ਆ ਕਿ ਆਕਸੀਜਨ ਜਿਹੜੀ ਆ ਵੱਡੇ ਲੈਵਲ ਤੇ ਪਹੁੰਚਾਈ ਜਾ ਰਹੀ ਆ, ਅਸੀਂ ਹਸਪਤਾਲ ਬਣਾ ਦਿੱਤੇ, ਅਸੀਂ ਸਭ ਕੁਝ। ਔਰ ਤੁਹਾਨੂੰ ਯਾਦ ਕਰਵਾ ਦਈਏ ਕਿ ਪਿਛਲੇ ਦਿਨੀ ਇੱਕ ਪਦਮ ਸ਼੍ਰੀ ਜਿਹੜੇ ਆ ਸ਼ਾਸਤਰੀ ਗਾਇਨ ਦੇ ਗਾਇਕ ਹੈਗੇ ਆ, ਉਹਨਾਂ ਦੀ ਡੈਥ ਹੁੰਦੀ ਆ, ਔਰ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਨਾਮਵਰ ਲੋਕ ਔਰ ਵੱਡੀਆਂ ਹਸਤੀਆਂ ਨੇ, ਆਕਸੀਜਨ ਦੀ ਕਮੀ ਕਰਕੇ ਉਹਨਾਂ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹਸਪਤਾਲ ਉਹਨਾਂ ਦੇ ਨਾਮ ਤੇ ਬਣਦਾ, ਉਹਨਾਂ ਦਾ ਬੇਟਾ ਝਾੜ ਪਾਉਂਦਾ ਕੇਂਦਰ ਸਰਕਾਰ ਨੂੰ ਕਿ ਹੁਣ ਜੋ ਮਰਜ਼ੀ ਕਰ ਲਓ, ਹੁਣ ਭਾਵੇਂ ਸਾਰੇ ਦੇਸ਼ ਦੇ ਵਿੱਚ ਹਸਪਤਾਲ ਬਣਾ ਦਿਓ, ਮੇਰੇ ਬਾਪ ਨੂੰ ਤਾਂ ਤੁਸੀਂ ਬਚਾ ਨਹੀਂ ਸਕੇ। ਤੇ ਖਾਸ ਗੱਲ ਉਹਦੇ ਉੱਤੇ, ਹਸਪਤਾਲ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਦੀ ਫੋਟੋ ਲੱਗਦੀ ਹੈ, ਕਿਉਂਕਿ ਐਡ ਬਹੁਤ ਜ਼ਰੂਰੀ ਆ। ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣੀ ਮਸ਼ਹੂਰੀ ਬਹੁਤ ਜ਼ਰੂਰੀ ਆ, ਦੱਸਣਾ ਤਾਂ ਹੈ ਨਾ, ਦਿਖਾਉਣਾ ਤਾਂ ਹੈ ਨਾ ਕਿ ਮੈਂ ਦੇਸ਼ ਦੇ ਲੋਕਾਂ ਲਈ ਕਿੰਨਾ ਕੁਝ ਕਰ ਰਿਹਾ। ਫਿਰ ਉਹ ਕਿਸੇ ਹੋਰ ਦੀ ਯਾਦ ਵਿੱਚ ਹਸਪਤਾਲ ਕਿਉਂ ਨਾ ਹੋਵੇ, ਫੋਟੋ ਲਗਾ ਦੇਣੀ ਬੇहद ਜ਼ਰੂਰੀ ਆ। ਉਸ ਤੋਂ ਬਾਅਦ
ਤਰੱਕੀ ਦੀ ਚੋਟੀ ਤੇ ਬੈਠੇ ਭਾਰਤ ਦੇ ਵਿੱਚ ਇੱਕ ਗੱਲ ਜਾਂਦੇ ਜਾਂਦੇ ਦੱਸਦੇ ਹਾਂ ਕਿ 1404 ਵਿਅਕਤੀਆਂ ਦੇ ਪਿੱਛੇ ਇੱਕ ਡਾਕਟਰ ਆ। ਇਹ ਅੱਜ ਦੇ ਅਖਬਾਰ ਦੇ ਵਿੱਚ ਇੱਕ ਲੇਖ ਦੇ ਵਿੱਚ ਇੱਕ ਬੁੱਧੀਜੀਵੀ ਦੱਸਦੇ ਨੇ ਕਿ 1404 ਵਿਅਕਤੀਆਂ ਦੇ ਪਿੱਛੇ ਭਾਰਤ ਦੇ ਵਿੱਚ ਇੱਕ ਡਾਕਟਰ ਆ ਔਰ ਅਸੀਂ ਬੈਠੇ ਹੋਏ ਹਾਂ ਤਰੱਕੀ ਦੀ ਚੋਟੀ ਦੇ ਉੱਤੇ। ਬਹੁਤ ਸਾਰੇ ਦੁਸ਼ਮਣ ਦੇਸ਼ ਜਿਨ੍ਹਾਂ ਨੂੰ ਅਸੀਂ ਤਰੱਕੀ ਦੀ ਰਾਹ ਤੇ ਬਹੁਤ ਪਿੱਛੇ ਛੱਡ ਆਏ ਹਾਂ, ਹਾਲਾਂਕਿ ਉਹ ਸਾਡੇ ਪਿੱਛੇ ਭੱਜ ਕੇ ਸਾਨੂੰ ਕਹਿਣ ਆ ਰਹੇ ਆ ਕਿ ਤੁਹਾਡੇ ਕੋਲ ਆਕਸੀਜਨ ਨਹੀਂ ਆ, ਅਸੀਂ ਤੁਹਾਡੀ ਮਦਦ ਕਰ ਦਿੰਦੇ ਆ, ਦੱਸੋ। ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਜੋ ਕਹਿੰਦੇ ਆ ਸਾਨੂੰ ਉਹ ਸੁਣਨਾ ਹੋਊਗਾ। ਪਿਛਲੇ ਦਿਨੀ ਪੋਸਟਰ ਜਿਹੜੇ ਕੁਝ ਜਗ੍ਹਾ ਤੇ ਲੱਗੇ ਸੀ ਉਹਦੇ ਲਈ ਅਮਲਾ ਇੱਕਦਮ ਤਤਪਰ ਹੋਇਆ, ਫੜ ਲਏ ਗਏ ਲੋਕ ਤੇ ਇਥੋਂ ਜਿਹੜੇ ਆ ਸੁਨੇਹਾ ਇਹ ਮਿਲਦਾ ਕਿ ਸਵਾਲ ਕਰਨਾ ਇਸ ਵੇਲੇ ਗੁਨਾਹ ਹੈ। ਤੁਸੀਂ ਜੇ ਕੋਈ ਸਵਾਲ ਕਰਦੇ ਆ ਤੇ ਤੁਹਾਡੇ ਖਿਲਾਫ ਵੱਡੇ ਵੱਡੇ ਜਿਹੜੇ ਐਕਸ਼ਨ ਲਏ ਜਾਣਗੇ, ਪਰ ਤੁਸੀਂ ਚੁੱਪਚਾਪ ਜੋ ਕੁਝ ਹੋ ਰਿਹਾ ਦੇਸ਼ ਦੇ ਵਿੱਚ ਉਹ ਦੇਖੋ ਤੇ ਸਵਾਲ ਜਿਹੜੇ ਆ ਘੱਟੋ ਘੱਟ ਖੜੇ ਨਾ ਕਰੋ। ਸਵਾਲ ਪੁੱਛ ਨਹੀਂ ਸਕਦੇ, ਹਾਂ ਸੁਣ ਸਕਦੇ ਹੋ। ਪ੍ਰਧਾਨ ਮੰਤਰੀ ਸਾਹਿਬ ਨੂੰ ਸੁਣੋ ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਕਿ ਅਸੀਂ ਇੱਕ ਮਹਾਨ ਦੇਸ਼ ਦੇ ਵਾਸੀ ਹਾਂ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸੋਹਣੀਆਂ ਗੱਲਾਂ ਕਰਦੇ ਆ। ਹਾਂ ਚ ਹਾਂ ਮਿਲਾਉਣੀ ਸਿੱਖੋ। ਜੇ ਸਵਾਲ ਕਰਦੇ ਹੋ ਤੇ ਤੁਹਾਡੇ ਉੱਤੇ ਕੋਈ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ। ਲੋਕ ਰੋ ਰਹੇ ਨੇ ਆਪਣੇ ਬੱਚਿਆਂ ਦੀਆਂ, ਆਪਣੇ ਦੀਆਂ ਲਾਸ਼ਾਂ ਢੋਣ ਦੇ ਲਈ। ਹੁਣ ਤਾਂ ਕੋਈ ਰੇੜੀ ਵੀ ਨਹੀਂ ਮਿਲ ਰਹੀ ਔਰ ਦੇਸ਼ ਦੇ ਵਿੱਚੋਂ ਮੰਜ਼ਰ ਇਹ ਦਿਖ ਰਹੇ ਆ ਕਿ ਮੋਢਿਆਂ ਉੱਤੇ ਢੋ ਕੇ ਲਾਸ਼ਾਂ ਲੈ ਕੇ ਜਾਈਆਂ ਜਾ ਰਹੀਆਂ ਨੇ। ਐਂਬੂਲੈਂਸਾਂ ਹਜ਼ਾਰਾਂ ਦੇ ਹਿਸਾਬ ਨਾਲ ਪੈਸੇ ਜਿਹੜੇ ਲੈ ਰਹੀਆਂ ਨੇ ਜੇ ਤੁਹਾਡੀ ਲਾਸ਼ ਲੈ ਕੇ ਜਾਣੀ ਆ। ਸ਼ਮਸ਼ਾਨ ਘਾਟਾਂ ਦੇ ਬਾਹਰ, ਕਬਰਸਤਾਨਾਂ ਦੇ ਬਾਹਰ ਬੋਰਡ ਲੱਗ ਚੁੱਕੇ ਨੇ ਕਿ ਇੱਥੇ ਜਗ੍ਹਾ ਨਹੀਂ ਆ, ਤੁਸੀਂ ਆਪਣੀਆਂ ਲਾਸ਼ਾਂ ਕਿਧਰੇ ਹੋਰ ਲੈ ਕੇ ਜਾਓ ਜਾਂ ਫਿਰ ਸਾਨੂੰ ਹੋਰ ਜਗ੍ਹਾ ਅਲਾਟ ਕਰ ਦਵੋ ਜਿੱਥੇ ਅਸੀਂ ਲਾਸ਼ਾਂ ਦਫਨਾ ਦਈਏ। ਸੋ ਜਿਉਂਦੇ ਲੋਕਾਂ ਦੇ ਲਈ ਪ੍ਰਬੰਧ ਕਿਵੇਂ ਦੇ ਨੇ ਸਰਕਾਰਾਂ ਦੇ, ਇਹ ਲੁਕਿਆ ਹੋਇਆ ਨਹੀਂ ਆ। ਪਰ ਮਰ ਚੁੱਕੇ ਲੋਕਾਂ ਦੇ ਲਈ ਵੀ ਜਿਹੜੇ ਆ ਪ੍ਰਬੰਧ ਇਸ ਵੇਲੇ ਨਹੀਂ ਆ। ਗਊਆਂ ਦੇ ਲਈ ਆਕਸੀਮੀਟਰ ਬਣ ਰਹੇ ਨੇ, ਇਨਸਾਨਾਂ ਦੇ ਲਈ ਕਦੋਂ ਕੁਝ ਹੋਊਗਾ ਇਹ ਦੇਖਾਂਗੇ। ਪਰ ਹੌਸਲਾ ਰੱਖੋ ਕਿ ਵੱਡੇ ਵੱਡੇ ਮਾਲ ਬਣ ਰਹੇ ਨੇ, ਵੱਡੀਆਂ ਸਕੀਮਾਂ ਜਿਹੜੀਆਂ ਆ ਰਹੀਆਂ ਨੇ, ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਅਮੀਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਔਰ ਇਹੀ ਵਜ੍ਹਾ ਹੈ ਕਿ ਲੱਖਾਂ ਕਰੋੜਾਂ ਕਿਸਾਨ ਜਿੱਥੇ ਆਪਣੀ ਜਿਹੜੀ ਆ ਭਵਿੱਖ ਨਹੀਂ ਸਮਝ ਪਾ ਰਹੇ ਕਿ ਉਹ ਅਮੀਰ ਹੋ ਸਕਦੇ ਆ, ਪ੍ਰਧਾਨ ਮੰਤਰੀ ਸਾਹਿਬ ਸਮਝ ਰਹੇ ਨੇ। ਇਸੇ ਵਜ੍ਹਾ ਕਰਕੇ ਬਿਨਾਂ ਕਰੋਨਾ ਦੀ ਪਰਵਾਹ ਕੀਤੇ ਲੱਖਾਂ ਹਜ਼ਾਰਾਂ ਲੋਕ ਜਿੱਥੇ ਦਿੱਲੀ ਬੈਠੇ ਉਹਨਾਂ ਨੂੰ ਉਹਨਾਂ ਦੇ ਹੱਕ 'ਚ ਕੋਈ ਫੈਸਲਾ ਕਰਕੇ ਉਹਨਾਂ ਨੂੰ ਉਠਾਉਣ ਦੀ ਬਜਾਏ ਜਿੱਤੇ ਅੜੇ ਹੋਏ ਨੇ ਪ੍ਰਧਾਨ ਮੰਤਰੀ ਸਾਹਿਬ ਕਿ ਮੈਂ ਇਹਨਾਂ ਨੂੰ ਅਮੀਰ ਕਰਕੇ ਰਹੂੰਗਾ। ਪੁਰਾਣੀਆਂ ਇਮਾਰਤਾਂ ਜਲਦੀ ਢਾਹ ਕੇ ਨਵੀਆਂ ਬਣਾ ਦਿੱਤੀਆਂ ਜਾਣਗੀਆਂ। ਹੌਸਲਾ ਰੱਖੋ ਕਿ 20,000 ਕਰੋੜੀ ਜਿਹੜਾ ਸੈਂਟਰਲ ਵਿਸਟਾ ਬਣ ਰਿਹਾ ਭਾਰਤ ਦੇ ਵਿੱਚ, ਇਹ ਇੱਕ ਵਧੀਆ ਤਰੱਕੀ ਹੋਣ ਵਾਲੀ ਹੈ। ਤੁਸੀਂ ਇਸ ਚੀਜ਼ ਦਾ ਹੌਸਲਾ ਰੱਖੋ। ਤੁਹਾਡੇ ਆਪਣੇ ਜਾ ਰਹੇ ਨੇ, ਕੋਈ ਗੱਲ ਨਹੀਂ। ਤੁਹਾਡੇ ਆਪਣੇ ਦੀਆਂ ਲਾਸ਼ਾਂ ਨਦੀਆਂ ਚਰੁੜੀਆਂ ਜਾਂਦੀਆਂ ਮਿਲ ਰਹੀਆਂ ਨੇ, ਕੋਈ ਗੱਲ ਨਹੀਂ। ਤੁਹਾਡੇ ਆਪਣਿਆਂ ਨੂੰ ਦਫਨਾਉਣ ਦੇ ਲਈ, ਸੰਸਕਾਰ ਕਰਨ ਦੇ ਲਈ ਸ਼ਮਸ਼ਾਨ ਘਾਟਾਂ ਔਰ ਕਬਰਸਤਾਨਾਂ ਦੇ ਵਿੱਚ ਜਗ੍ਹਾ ਨਹੀਂ, ਕੋਈ ਗੱਲ ਨਹੀਂ। ਹੌਸਲਾ ਰੱਖੋ, ਬੋਲੋ ਨਾ, ਸੁਣੋ, ਸਿਰਫ ਤੇ ਸਿਰਫ ਸੁਣੋ। ਪ੍ਰਧਾਨ ਮੰਤਰੀ ਸਾਹਿਬ ਨੂੰ ਸੁਣੋ। ਤੁਸੀਂ ਦੇਖਦੇ ਰਹੋ ਔਨ ਏਅਰ। ਫਿਲਹਾਲ ਦਿਓ ਇਜਾਜ਼ਤ। ਸ਼ੁਕਰੀਆ।